हाँ जी, सत श्री अकाल दोस्तों, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਪੰਜਾਬ ਸਟੱਡੀ ਹੱਬ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤਾ ਬੈਲ ਆਈਕਨ ਦਬਾ ਲਓ ਤਾਂ ਕਿ ਹਰ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ। ਦੋਸਤੋ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀਐਡ ਦੀਆਂ ਐਡਮਿਸ਼ਨ ਸਟਾਰਟ ਹੋ ਚੁੱਕੀਆਂ ਨੇ ਸੈਸ਼ਨ 2022 ਤੋਂ 24 ਦੇ ਲਈ। ਤੇ ਇਹਦੇ ਲਈ ਐਂਟਰੈਂਸ ਟੈਸਟ ਤੁਹਾਡਾ ਹੋਣਾ ਬੀਐਡ 'ਚ ਐਡਮਿਸ਼ਨ ਲੈਣ ਦੇ ਲਈ। ਚੰਡੀਗੜ੍ਹ ਦੇ ਕਾਲਜਸ ਦੇ ਵਿੱਚ ਹੀ ਇਹ ਤੁਹਾਡੀ ਬੀਐਡ ਰਹਿਣ ਵਾਲੀ ਹੈ। ਜਿਹੜਾ ਕੋਰਸ ਹੋਣਾ ਉਹ ਚੰਡੀਗੜ੍ਹ ਦੀ ਯੂਰਿਸਡਿਕਸ਼ਨ ਦੇ ਵਿੱਚ ਜਿਹੜੇ ਕਾਲਜ ਆਉਂਦੇ ਆ, ਯੂਟੀ ਦੇ ਵਿੱਚ ਜਿਹੜੇ ਕਾਲਜ ਆਉਂਦੇ ਆ, ਜਿਹੜੇ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਐਫੀਲੇਟਡ ਆ, ਉੱਥੇ ਤੁਹਾਡੀ ਇਹ ਬੀਐਡ ਹੋਣੀ ਆ। ਤੇ ਇਹਦੇ ਵਿੱਚ 3 ਤਰ੍ਹਾਂ ਦੀ ਬੀਐਡ ਆ। ਇੱਕ ਤੁਹਾਡੀ ਬੀਐਡ ਜਨਰਲ ਆ, ਜਿਹੜੇ ਆਮ ਸਾਰੇ ਕੈਂਡੀਡੇਟ ਕਰਦੇ ਆ। ਉਸ ਤੋਂ ਬਾਅਦ ਬੀਐਡ ਯੋਗਾ ਤੇ ਫਿਰ ਬੀਐਡ ਸਪੈਸ਼ਲ ਐਜੂਕੇਸ਼ਨ ਇੰਟੈਲੈਕਚੁਅਲ ਡਿਸੇਬਿਲਿਟੀ ਵਾਲਿਆਂ ਲਈ ਆ। ਠੀਕ ਹੈ ਜੀ। ਤੇ 2022 ਤੋਂ 24 ਤੱਕ ਇਹ ਤੁਹਾਡਾ ਸੈਸ਼ਨ ਚੱਲਣਾ। ਇਨ ਦਾ ਐਫੀਲੇਟਡ ਕਾਲਜਸ ਲੋਕੇਟਡ ਇਨ ਚੰਡੀਗੜ੍ਹ ਯੂਟੀ ਵਿਲ ਬੀ ਕੰਡਕਟਡ ਬਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਠੀਕ ਹੈ ਜੀ। ਐਂਟਰੈਂਸ ਟੈਸਟ ਜਿਹੜਾ ਕੰਡਕਟ ਕੀਤਾ ਜਾਣਾ ਇਹਦੇ ਲਈ। ਤੇ ਇਹਦੇ ਲਈ ਆਨਲਾਈਨ ਐਪਲੀਕੇਸ਼ਨ ਫਾਰਮ ਆ ਜਿਹੜੇ ਭਰੇ ਜਾ ਰਹੇ ਆ। ਇਹਨਾਂ ਦੀ ਵੈਬਸਾਈਟ ਆ ਜੀ chandigarh.puchd.ac.in ਤੇ 12/7/22 ਤੋਂ ਫਾਰਮ ਭਰਨੇ ਸਟਾਰਟ ਹੋ ਚੁੱਕੇ ਨੇ। ਹੁਣ ਜ਼ਿਆਦਾ ਡਿਟੇਲ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ। ਇਹਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਆਪਾਂ ਇੰਪੋਰਟੈਂਟ ਡੇਟਸ ਦੀ ਚਰਚਾ ਕਰਦੇ ਹਾਂ। ਇਹ ਤੁਸੀਂ ਬਰੋਸ਼ਰ ਜਿਹੜਾ ਆਪਣੀ ਸਕਰੀਨ ਤੇ ਦਿਖਾਈ ਦੇ ਰਿਹਾ ਬਰੋਸ਼ਰ ਕਹਿ ਸਕਦੇ ਹੋ, ਜਾਂ ਫਿਰ ਇਹਨੂੰ ਪ੍ਰੋਸਪੈਕਟ ਤੁਸੀਂ ਕਹਿ ਸਕਦੇ ਹੋ। ਤੇ ਚੰਡੀਗੜ੍ਹ ਕਾਲਜਸ ਦੇ ਵਿੱਚ ਤੁਹਾਡੀ ਇਹ ਐਡਮਿਸ਼ਨ ਹੋਣੀ ਹੈ ਫॉर ਕਾਲਜ ਆਫ ਐਜੂਕੇਸ਼ਨ ਐਫੀਲੇਟਡ ਟੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਿਚੁਏਟਡ ਇਨ ਯੂਨੀਅਨ ਟੈਰੀਟਰੀ ਚੰਡੀਗੜ੍ਹ ਓਨਲੀ। ਤੇ ਇਹਦੇ ਵਿੱਚ ਜਿਹੜੇ ਫਾਰਮ ਭਰਨੇ ਸਟਾਰਟ ਹੋ ਚੁੱਕੇ ਨੇ 12/7/22 ਤੋਂ। ਲਾਸਟ ਡੇਟ ਫॉर ਸਬਮਿਸ਼ਨ ਆਫ ਇਨਫੋਰਮੇਸ਼ਨ ਔਨ ਵੈਬਸਾਈਟ ਟੂ ਜਨਰੇਟ ਲੌਗਇਨ ਐਂਡ ਪਾਸਵਰਡ। ਠੀਕ ਹੈ ਜੀ। ਰਜਿਸਟ੍ਰੇਸ਼ਨ ਕਰਨ ਦੇ ਲਈ ਤੁਹਾਡੀ ਲਾਸਟ ਡੇਟ ਜਿਹੜੀ 7 ਅਗਸਤ 2022 ਹੈ। ਲਾਸਟ ਡੇਟ ਫॉर ਡਿਪੋਜ਼ਿਟ ਆਫ ਫੀਸ ਤੁਹਾਡੀ 9 ਅਗਸਤ 2022 ਹੈ। ਲਾਸਟ ਡੇਟ ਫॉर ਅਪਲੋਡਿੰਗ ਆਫ ਫੋਟੋਗ੍ਰਾਫ ਸਿਗਨੇਚਰ ਵਿਦ ਦ ਰੈਸਟ ਆਫ ਦ ਇਨਫੋਰਮੇਸ਼ਨ ਔਨ ਦ ਵੈਬਸਾਈਟ 11 ਅਗਸਤ 2022 ਹੈ। ਐਂਟਰੈਂਸ ਟੈਸਟ ਦੀ ਡੇਟ 21 ਅਗਸਤ 2022 ਹੈ। ਤੇ ਰਿਜ਼ਲਟ ਦੀ ਜਿਹੜੀ ਡੈਕਲੇਰੇਸ਼ਨ ਡੇਟ ਹੈ ਉਹ 6 ਸਤੰਬਰ 2022 ਇਹਨਾਂ ਵੱਲੋਂ ਰੱਖੀ ਗਈ ਹੈ। ਤੇ ਜੇ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਦੇ ਲਈ 2400 ਰੁਪਏ ਫੀਸ ਰੱਖੀ ਗਈ ਹੈ। SC ST PWD ਦੇ ਲਈ 1200 ਰੁਪਏ ਫੀਸ ਇਹਨਾਂ ਵੱਲੋਂ ਰੱਖੀ ਗਈ ਹੈ। ਤੇ ਵੈਬਸਾਈਟ ਦਾ ਮੈਂ ਤੁਹਾਨੂੰ ਪਹਿਲਾਂ ਹੀ ਜ਼ਿਕਰ ਕਰ ਦਿੱਤਾ chandigarh.bed.puchd.ac.in ਤੇ ਜਿਹੜਾ ਅਪਲਾਈ ਹੋ ਰਿਹਾ। ਤੇ ਉਸ ਤੋਂ ਬਾਅਦ ਇਹਨਾਂ ਦੇ ਕੰਟੈਕਟ ਨੰਬਰ ਵਗੈਰਾ ਦਿੱਤੇ ਗਏ। ਜੇ ਤੁਹਾਨੂੰ ਕੋਈ ਦਿੱਕਤ ਆ ਤਾਂ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਹੁਣ ਅੱਗੇ ਚੱਲਦੇ ਹਾਂ ਤੇ ਹੋਰ ਡਿਟੇਲ ਦੇ ਵਿੱਚ ਜਾਣਦੇ ਹਾਂ ਐਲੀਜੀਬਿਲਿਟੀ ਕ੍ਰਾਈਟੇਰੀਆ ਵਗੈਰਾ ਕੀ ਰੱਖਿਆ ਗਿਆ। ਤੇ ਇਹਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਜਨਰਲ ਇਨਫੋਰਮੇਸ਼ਨ ਹੈ ਜੀ। ਉਸ ਤੋਂ ਬਾਅਦ ਤੁਹਾਡੀ ਐਲੀਜੀਬਿਲਿਟੀ ਹੈ। ਐਲੀਜੀਬਿਲਿਟੀ ਦੇ ਵਿੱਚ ਸਭ ਤੋਂ ਪਹਿਲੀ ਐਲੀਜੀਬਿਲਿਟੀ ਹੈ ਕਿ ਤੁਹਾਡੇ ਘੱਟੋ ਘੱਟ 50% ਮਾਰਕਸ ਹੋਣੇ ਚਾਹੀਦੇ ਆ ਬੈਚਲਰ ਡਿਗਰੀ ਦੇ ਵਿੱਚ, ਜਾਂ ਫਿਰ ਮਾਸਟਰ ਡਿਗਰੀ ਦੇ ਵਿੱਚ। ਮਾਸਟਰਸ ਦੇ ਵਿੱਚ ਸਾਇੰਸ, ਸੋਸ਼ਲ ਸਾਇੰਸ, ਹਿਊਮੈਨਿਟੀਜ਼, ਕਮਰਸ, ਹੋਮ ਸਾਇੰਸ, BBA, BCA, BA LLB, BCom LLB, ਜਾਂ ਫਿਰ ਇਹਦੇ ਇਕੁਅਲੈਂਟ ਕੋਈ ਤੁਸੀਂ ਡਿਗਰੀ ਵਗੈਰਾ ਕੀਤੀ ਹੋਵੇ। ਠੀਕ ਹੈ। ਤੇ ਤੁਸੀਂ ਬੈਚਲਰ ਆਧਾਰ ਤੇ ਵੀ ਬੀਐਡ 'ਚ ਦਾਖਲਾ ਲੈ ਸਕਦੇ ਹੋ ਤੇ ਮਾਸਟਰਸ ਦੇ ਬੇਸਿਸ ਤੇ ਵੀ ਬੀਐਡ 'ਚ ਦਾਖਲਾ ਲੈ ਸਕਦੇ ਹੋ। ਸ਼ਰਤ ਇਹ ਹੈ ਕਿ 50% ਨੰਬਰ ਤੁਹਾਡੇ ਹੋਣੇ ਚਾਹੀਦੇ ਆ। ਤੇ ਉਸ ਤੋਂ ਬਾਅਦ ਦੋਸਤੋ ਐਂਟਰੈਂਸ ਟੈਸਟ ਦੇ ਆਧਾਰ ਤੇ ਹੀ ਤੁਹਾਡੀ ਜਿਹੜੀ ਐਡਮਿਸ਼ਨ ਹੋਣੀ ਹੈ। ਐਂਟਰੈਂਸ ਟੈਸਟ ਦੇ ਵਿੱਚ ਤੁਹਾਡੇ ਕਿੰਨੇ ਮਾਰਕਸ ਆਉਂਦੇ ਆ ਉਸ ਬੇਸਿਸ ਤੇ ਹੀ ਜਿਹੜੀ ਐਡਮਿਸ਼ਨ ਤੁਹਾਡੀ ਬੀਐਡ ਦੇ ਲਈ ਇਹ ਹੋਣੀ ਹੈ। ਤੇ ਉਸ ਤੋਂ ਬਾਅਦ ਜਿਹੜੀ ਰਿਲੈਕਸੇਸ਼ਨ ਰੱਖੀ ਗਈ ਆ 5% ਰਿਲੈਕਸੇਸ਼ਨ ਰੱਖੀ ਗਈ ਆ SC ST PWD ਕੈਂਡੀਡੇਟਸ ਦੇ ਲਈ, ਭਾਵ ਕਿ 45% ਮਾਰਕਸ ਚਾਹੀਦੇ ਇਹਨਾਂ ਕੈਟਾਗਰੀ ਦੇ ਕੈਂਡੀਡੇਟਸ ਨੂੰ ਜਿਹੜਾ ਐਡਮਿਸ਼ਨ ਲੈਣ ਦੇ ਲਈ। ਤੇ ਉਸ ਤੋਂ ਬਾਅਦ ਜੇਕਰ ਤੁਸੀਂ BE ਜਾਂ BTech ਕੀਤੀ ਹੋਈ ਆ ਵਿਦ ਸਪੈਸ਼ਲਾਈਜੇਸ਼ਨ ਇਨ ਸਾਇੰਸ ਐਂਡ ਮੈਥਮੈਟਿਕਸ ਵਿਦ 55% ਮਾਰਕਸ, ਜਾਂ ਫਿਰ ਇਹਦੇ ਬਰਾਬਰ ਦੀ ਕੋਈ ਇਕੁਅਲੈਂਟ ਤੁਸੀਂ ਸਟਰੀਮ ਦੇ ਵਿੱਚ BE ਜਾਂ BTech ਕੀਤੀ ਆ ਤਾਂ ਵੀ ਤੁਸੀਂ ਐਡਮਿਸ਼ਨ ਬੀਐਡ ਦੇ ਵਿੱਚ ਲੈ ਸਕਦੇ ਹੋ। ਰਿਲੈਕਸੇਸ਼ਨ 5% ਦੀ ਰੱਖੀ ਗਈ SC ST PWD ਕੈਂਡੀਡੇਟਸ ਦੇ ਲਈ, ਭਾਵ ਕਿ ਇਹ ਕੈਂਡੀਡੇਟ ਜਿਹੜੇ 50% ਵਾਲੇ ਵੀ ਐਡਮਿਸ਼ਨ ਲਈ ਅਪਲਾਈ ਕਰ ਸਕਦੇ ਆ। ਤੇ ਉਸ ਤੋਂ ਬਾਅਦ ਰਿਜ਼ਰਵੇਸ਼ਨ ਜਿਹੜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਰੂਲਸ ਦੇ ਅਕੋਰਡਿੰਗ ਇਹਨਾਂ ਵੱਲੋਂ ਰੱਖੀ ਗਈ ਆ। ਤੇ ਦੈਨ ਦੋਸਤੋ ਇੱਕ ਚੀਜ਼ ਇਹਨਾਂ ਨੇ ਮੇਜਰ ਮਾਈਨਰ ਸਬਜੈਕਟਸ ਦਾ ਵੀ ਦੱਸਿਆ ਕਿ ਜੇਕਰ ਤੁਸੀਂ ਬੈਚਲਰ ਕੀਤੀ ਆ ਜਾਂ ਮਾਸਟਰਸ ਕੀਤੀ ਆ ਤਾਂ ਜਿਵੇਂ ਆਨਰਸ ਵਾਲੇ ਆ, ਆਨਰਸ ਸਟੂਡੈਂਟਸ ਸ਼ੈਲ ਆਪਟ ਫॉर ਮੇਜਰ ਸਬਜੈਕਟ ਇਨ ਵਿਚ ਦੇ ਹੈਵ obtained ਆਨਰਸ। ਠੀਕ ਹੈ। ਤਾਂ ਆਨਰਸ ਵਾਲੇ ਸਟੂਡੈਂਟ ਹੋਣਗੇ, ਉਹਨਾਂ ਨੂੰ ਮੇਜਰ ਸਬਜੈਕਟ ਆਪਟ ਕਰਨਾ ਪਏਗਾ, ਉਹੀ ਸਬਜੈਕਟ ਆਪਟ ਕਰਨਾ ਪਏਗਾ ਜਿਹਦੇ ਵਿੱਚ ਉਹਨਾਂ ਨੇ ਆਨਰਸ ਕੀਤੀ ਆ। ਤੇ ਮਾਈਨਰ ਸਬਜੈਕਟ ਜਿਹੜਾ ਉਹਨਾਂ ਦਾ ਉਹ ਹੋਏਗਾ ਜਿਹੜਾ ਕਿ ਉਹਨਾਂ ਨੇ ਐਟਲੀਸਟ 1 ਈਅਰ ਜਾਂ 1 ਸਮੈਸਟਰ ਦੇ ਦੌਰਾਨ ਪੜ੍ਹਿਆ ਹੋਵੇ ਆਪਣੇ ਆਨਰਸ ਦੇ ਦੌਰਾਨ। ਤੇ ਜਿਨ੍ਹਾਂ ਨੇ BA LLB, BCom LLB ਕੀਤੀ ਆ ਵਿਦ ਐਟਲੀਸਟ 50% ਮਾਰਕਸ,
ਇਨ ਅ ਰੈਲੀਵੈਂਟ ਸਕੂਲ ਸਬਜੈਕਟ ਤਾਂ ਉਹ ਐਲੀਜੀਬਲ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਕੈਂਡੀਡੇਟ ਗੈਟਿੰਗ ਐਡਮਿਸ਼ਨ ਔਨ ਦਾ ਬੇਸਿਸ ਆਫ ਪੋਸਟ ਗ੍ਰੈਜੂਏਟ ਡਿਗਰੀ ਸ਼ੈਲ ਹੈਵ ਟੂ ਆਪਟ ਫॉर ਮੇਜਰ ਸਬਜੈਕਟ ਇਨ ਵਿਚ ਦੇ ਹੈਵ ਅਬਟੇਨਡ ਮਾਸਟਰ ਡਿਗਰੀ। ਤਾਂ ਜਿਹੜਾ ਕੋਈ ਕੈਂਡੀਡੇਟ ਐਮਏ ਦੇ ਆਧਾਰ ਤੇ ਮਾਸਟਰ ਡਿਗਰੀ ਦੇ ਆਧਾਰ ਤੇ ਬੀਐਡ 'ਚ ਐਡਮਿਸ਼ਨ ਲੈਣਾ ਚਾਹੁੰਦਾ ਤਾਂ ਐਸਾ ਕੈਂਡੀਡੇਟ ਆ ਜਿਹੜਾ ਮੇਜਰ ਸਬਜੈਕਟ ਨੂੰ ਆਪਟ ਕਰਨਾ ਪਏਗਾ, ਉਹ ਸਬਜੈਕਟ ਆਪਟ ਕਰਨਾ ਪਏਗਾ ਮੇਜਰ ਸਬਜੈਕਟ ਜਿਹਦੇ ਵਿੱਚ ਉਹਨੇ ਮਾਸਟਰ ਡਿਗਰੀ ਕੀਤੀ ਹੋਵੇ। ਤੇ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਨੇ ਮੰਨ ਲਓ ਸਿੰਪਲ ਗ੍ਰੈਜੂਏਸ਼ਨ ਕੀਤੀ ਆ, ਕੋਈ ਸਬਜੈਕਟ ਦਾ ਰੌਲਾ ਨਹੀਂ, ਕੋਈ ਸਬਜੈਕਟ ਕੰਬੀਨੇਸ਼ਨ ਦਾ, ਠੀਕ ਆ, ਤਾਂ ਐਸੇ ਕੈਂਡੀਡੇਟ ਜਿਹੜੇ ਐਲੀਜੀਬਲ ਆ ਬੀਐਡ ਯੋਗਾ ਤੇ ਬੀਐਡ ਸਪੈਸ਼ਲ ਐਜੂਕੇਸ਼ਨ ਇੰਟੈਲੈਕਚੁਅਲ ਡਿਸੇਬਿਲਿਟੀਜ਼ ਕੋਰਸ ਦੇ ਲਈ। ਤੇ ਉਸ ਤੋਂ ਬਾਅਦ ਦੋਸਤੋ ਕੁਝ ਹੋਰ ਇੰਸਟਰਕਸ਼ਨਸ ਇਹਨਾਂ ਵੱਲੋਂ ਦਿੱਤੀਆਂ ਗਈਆਂ ਨੇ, ਇਹ ਤੁਸੀਂ ਦੇਖ ਲੈਣੀਆਂ। ਤੇ ਐਡਮਿਸ਼ਨ ਪਾਲਿਸੀ ਵੱਲੋਂ ਇਹਨਾਂ ਵੱਲੋਂ ਕੀ ਰੱਖੀ ਗਈ ਆ, ਇਨ ਦਾ ਕਾਲਜਸ ਆਫ ਯੂਟੀ ਚੰਡੀਗੜ੍ਹ, ਯੂਟੀ ਪੂਲ ਦੇ ਵਿੱਚੋਂ 60% ਸੀਟ ਭਰੀਆਂ ਜਾਣੀਆਂ ਤੇ ਜਨਰਲ ਪੂਲ ਦੇ ਵਿੱਚੋਂ 40% ਸੀਟਸ ਭਰੀਆਂ ਜਾਣੀਆਂ। ਤੇ ਯੂਟੀ ਪੂਲ ਦੀ ਗੱਲ ਕਰੀਏ ਤਾਂ 60% ਸੀਟਸ ਭਰੀਆਂ ਜਾਣੀਆਂ, ਭਾਵ ਕਿ ਮੰਨ ਲਓ ਜੇ 100 ਸਟੂਡੈਂਟ ਆ ਤਾਂ 60 ਸੀਟਾਂ ਉਹਦੇ ਵਿੱਚੋਂ ਉਹ ਭਰੀਆਂ ਜਾਣੀਆਂ, ਉਹਨਾਂ ਸਟੂਡੈਂਟਸ ਚੋਂ ਭਰੀਆਂ ਜਾਣੀਆਂ ਜਿਨ੍ਹਾਂ ਸਟੂਡੈਂਟਸ ਨੇ ਆਪਣਾ ਜੋ ਵੀ ਕੁਆਲੀਫਾਈਂਗ ਐਗਜ਼ਾਮ ਹੈ, ਭਾਵ ਕਿ ਜਿਸ ਦੇ ਬੇਸਿਸ ਤੇ ਉਹ ਬੀਐਡ 'ਚ ਐਡਮਿਸ਼ਨ ਲੈ ਰਹੇ ਆ, ਉਹ ਜਿਹੜੀ ਕੋਰਸ ਹੈ ਉਹ ਉਹਨਾਂ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਕਿਸੇ ਕਾਲਜ ਤੋਂ ਕੀਤਾ ਹੋਵੇ। ਠੀਕ ਆ। ਤੇ ਉਹ ਕਾਲਜ ਆ ਜਿਹੜਾ ਚੰਡੀਗੜ੍ਹ ਦੀ ਯੂਰਿਸਡਿਕਸ਼ਨ ਦੇ ਅੰਦਰ ਹੀ ਉਹ ਆਉਂਦਾ ਹੋਵੇ, ਭਾਵ ਕਿ ਯੂਟੀ ਦੇ ਵਿੱਚ ਹੀ ਉਹ ਕਾਲਜ ਹੋਵੇ। ਤਾਂ ਐਸੇ ਸਟੂਡੈਂਟ ਜਿਹੜੇ ਉਹ ਯੂਟੀ ਪੂਲ ਦੇ ਵਿੱਚ ਰਹਿਣਗੇ, ਠੀਕ ਹੈ, ਯੂਟੀ ਪੂਲ ਵਾਲੀਆਂ ਸੀਟਾਂ ਉਹ ਲੈਣਗੇ। ਉਸ ਤੋਂ ਇਲਾਵਾ ਜਿਹੜੇ ਜਨਰਲ ਪੂਲ ਵਾਲੇ ਕੈਂਡੀਡੇਟ ਆ, ਜਿਵੇਂ ਮੰਨ ਲਓ 100 ਦੇ ਵਿੱਚੋਂ 40 ਸੀਟਾਂ ਆ, ਤਾਂ ਉਹ 40 ਸੀਟਾਂ ਜਿਹੜੀਆਂ ਜਨਰਲ ਪੂਲ ਦੇ ਵਿੱਚੋਂ ਭਰੀਆਂ ਜਾਣੀਆਂ। ਜਨਰਲ ਪੂਲ ਦੇ ਵਿੱਚ ਸਾਰੇ ਕੈਂਡੀਡੇਟ ਆ ਜਾਣਗੇ ਜਿਹੜੇ, ਭਾਵ ਕਿ ਕੋਈ ਮੰਨ ਲਓ ਕੈਂਡੀਡੇਟ ਜਿਵੇਂ ਪੰਜਾਬ ਤੋਂ, ਉਹਨੇ ਪੰਜਾਬ ਦੇ ਕਿਸੇ ਕਾਲਜ ਤੋਂ ਕੋਰਸ ਕੀਤਾ ਹੈਗਾ, ਬੀਏ ਕੀਤੀ ਹੈ ਜਾਂ ਐਮਏ ਕੀਤੀ ਹੈ, ਤਾਂ ਉਹ ਜਨਰਲ ਪੂਲ ਦੇ ਵਿੱਚ ਆਉਣਗੇ। ਠੀਕ ਹੈ। ਤਾਂ ਇਸ ਕਰਕੇ ਤੁਹਾਨੂੰ ਆਪਣਾ ਪੂਲ ਪਤਾ ਹੋਣਾ ਚਾਹੀਦਾ, ਕਿਉਂਕਿ ਉੱਥੇ ਜਦੋਂ ਤੁਸੀਂ ਕਾਉਂਸਲਿੰਗ ਲਈ ਜਾਣਾ ਹੈਗਾ ਤਾਂ ਉੱਥੇ ਤੁਸੀਂ ਪੂਲ ਸਿਲੈਕਟ ਕਰਨਾ ਪਏਗਾ ਕਿ ਤੁਸੀਂ ਯੂਟੀ ਪੂਲ 'ਚ ਆਉਂਦੇ ਹੋ ਜਾਂ ਜਨਰਲ ਪੂਲ 'ਚ ਆਉਂਦੇ ਹੋ। ਤਾਂ ਇਸ ਦਾ ਤੁਹਾਨੂੰ ਪਤਾ ਹੋਣਾ ਪਹਿਲਾਂ ਜ਼ਰੂਰੀ ਆ। ਠੀਕ ਹੈ। ਮੇਰਾ ਖਿਆਲ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਤੁਸੀਂ ਕਿਹੜੇ ਪੂਲ ਦੇ ਵਿੱਚ ਇਹ ਆਉਂਦੇ ਹੋ। ਤੇ ਉਸ ਤੋਂ ਬਾਅਦ ਦੋਸਤੋ ਅੱਗੇ ਇਹਨਾਂ ਨੇ ਦੱਸਿਆ ਕਿ ਕਾਲਜ ਕਿਹੜੇ ਕਿਹੜੇ ਆ, ਸੀਟਸ ਕਿੰਨੀਆਂ ਕਿੰਨੀਆਂ, ਤੇ ਉੱਥੇ ਕੋਰਸ ਕਿਹੜਾ ਕਿਹੜਾ ਹੁੰਦਾ। ਤੇ ਸਭ ਤੋਂ ਪਹਿਲਾਂ ਆ ਜਾਂਦਾ ਜੀ ਤੁਹਾਡਾ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਸੈਕਟਰ 20D ਚੰਡੀਗੜ੍ਹ 'ਚ 100 ਸੀਟਾਂ ਆ ਇੱਥੇ ਬੀਐਡ ਦੀਆਂ। ਤੇ ਬੀਐਡ ਇਹ ਜਿਹੜੀ ਨਾਰਮਲ ਬੀਐਡ ਹੁੰਦੀ ਆ ਉਹ ਬੀਐਡ ਹੈ। ਤੇ ਅੱਗੇ ਦੋਸਤੋ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਸੈਕਟਰ 36B ਚੰਡੀਗੜ੍ਹ 'ਚ 100 ਸੀਟਾਂ ਆ ਤੇ ਇਹਦੇ 'ਚ ਵੀ ਬੀਐਡ ਹੁੰਦੀ ਆ ਨਾਰਮਲ। ਤੇ ਉਸ ਤੋਂ ਬਾਅਦ ਗਵਰਨਮੈਂਟ ਰੀਹੈਬਿਲਿਟੇਸ਼ਨ ਇੰਸਟੀਚਿਊਟ ਫॉर ਇੰਟੈਲੈਕਚੁਅਲ ਡਿਸੇਬਿਲਿਟੀ ਸੈਕਟਰ 31C ਚੰਡੀਗੜ੍ਹ ਤੇ 30 ਸੀਟਾਂ ਇਹਦੇ 'ਚ ਬੀਐਡ ਸਪੈਸ਼ਲ ਐਜੂਕੇਸ਼ਨ ਇੰਟੈਲੈਕਚੁਅਲ ਡਿਸੇਬਿਲਿਟੀ ਵਾਲੀ ਹੁੰਦੀ ਆ। ਉਸ ਤੋਂ ਬਾਅਦ ਉਸ ਤੋਂ ਗਵਰਨਮੈਂਟ ਕਾਲਜ ਆਫ ਯੋਗਾ ਐਜੂਕੇਸ਼ਨ ਐਂਡ ਹੈਲਥ ਸੈਕਟਰ 23A ਚੰਡੀਗੜ੍ਹ ਦੇ ਵਿੱਚ, ਇੱਥੇ ਬੀਐਡ ਯੋਗਾ ਹੁੰਦੀ ਆ। ਤੇ ਬ੍ਰਹਮ ਰਿਸ਼ੀ ਯੋਗਾ ਟ੍ਰੇਨਿੰਗ ਕਾਲਜ ਸੈਕਟਰ 19A ਚੰਡੀਗੜ੍ਹ, 20 ਸੀਟਾਂ ਇੱਥੇ ਵੀ ਬੀਐਡ ਜਿਹੜੀ ਯੋਗਾ ਹੁੰਦੀ ਆ। ਤੇ ਉਸ ਤੋਂ ਬਾਅਦ ਕੁਝ ਹੋਰ ਇੰਸਟਰਕਸ਼ਨਸ ਜਿਹੜੀਆਂ ਕ੍ਰਾਈਟੇਰੀਆ ਦਿੱਤਾ ਗਿਆ। ਠੀਕ ਹੈ। ਮੇਨ ਮੈਂ ਤੁਹਾਨੂੰ ਕ੍ਰਾਈਟੇਰੀਆ ਸਾਰਾ ਦੱਸ ਦਿੱਤਾ ਕਿ ਕੀ ਚੀਜ਼ ਚਾਹੀਦੀ ਹੈ ਕੀ ਨਹੀਂ ਚਾਹੀਦੀ। ਤੇ ਜਿਹੜਾ ਤੁਹਾਡਾ ਐਂਟਰੈਂਸ ਟੈਸਟ ਹੋਣਾ ਉਹਦੇ 'ਚ ਮਿਨੀਮਮ ਕੁਆਲੀਫਾਈਂਗ ਮਾਰਕਸ ਜਨਰਲ ਕੈਟੇਗਰੀ ਦੇ ਲਈ 25% ਆ, SC ST PWD ਕੈਂਡੀਡੇਟਸ ਦੇ ਲਈ 20% ਮਿਨੀਮਮ ਕੁਆਲੀਫਾਈਂਗ ਮਾਰਕਸ ਉਹਦੇ 'ਚ ਰੱਖੇ ਗਏ ਆ। ਤੇ ਉਸ ਤੋਂ ਬਾਅਦ ਇੱਥੇ ਕੰਬੀਨੇਸ਼ਨ ਦੱਸਿਆ ਗਿਆ ਕਿ ਟੀਚਿੰਗ ਸਬਜੈਕਟ ਦਾ ਕੰਬੀਨੇਸ਼ਨ ਤੁਸੀਂ ਕਿੱਦਾਂ ਬਣਾ ਸਕਦੇ ਹੋ। ਜਿਵੇਂ ਮੰਨ ਲਓ ਲੈਟਸ ਸਪੋਜ਼ ਕਿ BCA ਤੁਸੀਂ ਕੀਤੀ ਹੈ ਗ੍ਰੈਜੂਏਸ਼ਨ 'ਚ, ਤਾਂ BCA ਵਾਲੇ ਕੀ ਕਰਨਗੇ, ਕੰਪਿਊਟਰ ਸਾਇੰਸ ਸਬਜੈਕਟ ਆ ਜਿਹੜਾ ਉਹਨੂੰ ਮੇਜਰ ਸਬਜੈਕਟ ਲੈ ਕੇ ਚੱਲਣਗੇ ਤੇ ਉਹਦੇ ਨਾਲ ਸਬਜੈਕਟ ਜਿਹੜਾ ਇੱਕ ਹੋਰ ਕੰਬੀਨੇਸ਼ਨ ਉਹਨੇ ਬਣਾਉਣਾ ਉਹ ਬਣਾ ਸਕਦੇ ਆ ਉਹ ਮੈਥਮੈਟਿਕਸ ਦਾ, ਜਾਂ ਫਿਰ ਕੋਈ ਲੈਂਗੁਏਜ ਚੂਜ਼ ਕਰ ਸਕਦੇ ਆ ਜਿਵੇਂ ਇੰਗਲਿਸ਼, ਪੰਜਾਬੀ, ਹਿੰਦੀ, ਸੰਸਕ੍ਰਿਤ। ਠੀਕ ਹੈ। ਤਾਂ ਇਹਦਾ ਇੱਦਾਂ ਕੰਬੀਨੇਸ਼ਨ ਉਹਦਾ ਬਣ ਜਾਣਾ। ਤੇ ਫਿਰ ਉਹਦਾ ਇਹ ਹੁੰਦਾ ਕਿ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਅਪਲਾਈ ਕਰਨਾ ਪੋਸਟ ਦੇ ਲਈ, ਮੰਨ ਲਓ ਅੱਗੇ ਫਰਦਰ, ਤਾਂ ਉਹ ਇਹਦੇ ਵਿੱਚੋਂ ਵੀ ਕੋਈ ਇੱਕ ਸਬਜੈਕਟ ਚੂਜ਼ ਕਰਕੇ ਉਹਦੇ ਬੇਸਿਸ ਤੇ ਵੀ ਅੱਗੇ ਅਪਲਾਈ ਕਰ ਸਕਦੇ। ਜਿਵੇਂ ਇੰਗਲਿਸ਼ ਦੀਆਂ ਪੋਸਟਾਂ ਨਿਕਲਦੀਆਂ, ਪੰਜਾਬੀ, ਹਿੰਦੀ ਦੀਆਂ, ਤਾਂ ਇੱਦਾਂ ਦਾ ਸਿਸਟਮ ਹੁੰਦਾ। ਤੇ ਸਾਰੀਆਂ ਡਿਗਰੀਜ਼ ਦਾ ਇੱਥੇ ਦੱਸਿਆਗਾ ਕਿ ਕਿਵੇਂ ਕਿਵੇਂ ਤੁਸੀਂ ਕੰਬੀਨੇਸ਼ਨ ਇਹ ਬਣਾ ਸਕਦੇ ਹੋ। ਤਾਂ ਇਹ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਲੈਣਾ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ। ਤੇ ਉਸ ਤੋਂ ਬਾਅਦ ਕਾਲਜ ਦਿੱਤਾ ਗਿਆ, ਕਾਲਜ ਵਾਈਜ਼ ਸੀਟਸ ਦਿੱਤੀਆਂ ਗਈਆਂ ਨੇ, ਕਿਹੜੇ ਕਾਲਜ ਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਅਵੇਲੇਬਲ ਹੈ। ਠੀਕ ਹੈ। ਜਿੱਦਾਂ ਸਭ ਤੋਂ ਪਹਿਲਾਂ ਬੀਐਡ ਜਨਰਲ ਦੇ ਲਈ ਆ, ਜਿਵੇਂ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਸੈਕਟਰ 20D ਚੰਡੀਗੜ੍ਹ ਆ, ਤਾਂ ਇੱਥੇ ਕਿਹੜੇ ਕਿਹੜੇ ਸਬਜੈਕਟ ਅਵੇਲੇਬਲ ਨੇ, ਟੀਚਿੰਗ ਸਬਜੈਕਟ, ਭਾਵ ਕਿ ਮੰਨ ਲਓ ਤੁਸੀਂ ਕੋਈ ਸਬਜੈਕਟ ਲੈਣਾ ਉਹ ਕਿਹੜੇ ਕਾਲਜ ਦੇ ਵਿੱਚ ਅਵੇਲੇਬਲ ਆ, ਇਹ ਵੀ ਤੁਸੀਂ ਦੇਖਣਾ ਜ਼ਰੂਰੀ ਆ ਪਹਿਲਾਂ। ਤੇ ਇਹ ਵੀ ਤੁਸੀਂ ਦੇਖ ਲੈਣਾ, ਜਿਵੇਂ ਪੈਡਾਗੋਜੀ ਆਫ ਇੰਗਲਿਸ਼ ਆ, ਪੈਡਾਗੋਜੀ ਆਫ ਹਿੰਦੀ ਆ, ਤਾਂ ਸਾਰਾ ਧਿਆਨ ਨਾਲ ਚੈੱਕ ਕਰ ਲੈਣਾ। ਤੇ ਉਸ ਤੋਂ ਬਾਅਦ ਇਹਨਾਂ ਬੀਐਡ ਯੋਗਾ ਵਾਲਿਆਂ ਦਾ ਇਹਨਾਂ ਦੇ ਵੀ ਦਿੱਤੇ ਗਏ ਆ। ਤੇ ਦੈਨ ਰਿਜ਼ਰਵੇਸ਼ਨ ਆ ਜਿਹੜੀ ਸੀਟਸ ਦੀ, ਉਹ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਕਿ ਯੂਟੀ ਪੂਲ ਤੇ ਜਨਰਲ ਪੂਲ ਦਾ ਕੀ
ਫੰਡਾ ਹੁੰਦਾ। ਤੇ ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਰਿਜ਼ਰਵੇਸ਼ਨ ਪਾਲਿਸੀ ਵੀ ਹੈਗੀ ਆ, ਜਿਵੇਂ ਚਿਲਡਰਨ ਐਂਡ ਗ੍ਰੈਂਡ ਚਿਲਡਰਨ ਆਫ ਫਰੀडम ਫਾਈਟਰ ਹੈ ਜੀ, ਤਾਂ 2% ਸੀਟਸ ਹੁੰਦੀਆਂ ਈਚ ਪੂਲ ਦੇ ਵਿੱਚੋਂ ਤੇ ਭਰੀਆਂ ਜਾਂਦੀਆਂ। ਤਾਂ ਇਹਦੇ ਲਈ ਸਰਟੀਫਿਕੇਟ ਹੁੰਦਾ ਇੱਕ, ਠੀਕ ਹੈ, ਤਮਪਾਤਰਾ, ਤਾਂ ਇਹ ਇੱਦਾਂ ਦਾ ਕੁਝ ਹੁੰਦਾ। ਤੇ ਉਹ ਕਿੱਥੋਂ ਬਣਿਆ ਹੋਵੇ ਉਹ ਵੀ ਇੱਥੇ ਲਿਖਿਆ ਗਿਆ ਸਾਰਾ, ਉਹ ਵੀ ਤੁਸੀਂ ਚੈੱਕ ਕਰ ਲੈਣਾ ਅਪਲਾਈ ਕਰਨ ਤੋਂ ਇੱਕ ਵਾਰ ਪਹਿਲਾਂ। ਸਪੋਰਟਸ ਦਾ ਵੀ ਕੋਟਾ ਹੁੰਦਾ, 2% ਸੀਟਸ ਭਰੀਆਂ ਜਾਂਦੀਆਂ ਸਪੋਰਟਸ ਦੀਆਂ ਵੀ। ਤੇ ਇਹਦੇ ਲਈ ਵੀ ਦੱਸਿਆ ਗਿਆ ਕਿ ਗ੍ਰੇਡ ਏ ਇੰਟਰਨੈਸ਼ਨਲ ਲੈਵਲ ਹੈ, ਗ੍ਰੇਡ ਬੀ ਨੈਸ਼ਨਲ ਲੈਵਲ, ਗ੍ਰੇਡ ਸੀ ਸਟੇਟ ਲੈਵਲ ਹੈ, ਤੇ ਗ੍ਰੇਡ ਡੀ ਡਿਸਟ੍ਰਿਕਟ ਲੈਵਲ ਹੈ। ਤੇ ਇਹਦੇ ਵਿੱਚ ਗੇਮਸ ਦੱਸੀਆਂ ਗਈਆਂ, ਇਹਦੇ ਵਿੱਚ 26 ਤਰ੍ਹਾਂ ਦੀਆਂ ਗੇਮਸ ਆ, ਠੀਕ ਹੈ। ਤੁਸੀਂ ਇਹਨਾਂ 'ਚੋਂ ਕਿਸੇ 'ਚ ਪਾਰਟੀਸਪੇਟ ਕੀਤਾ ਤਾਂ ਇਹ ਆਪਣਾ ਐਲੀਜੀਬਿਲਿਟੀ ਕ੍ਰਾਈਟੇਰੀਆ ਜਿਹੜਾ ਇਹ 'ਚ ਦੇਖ ਲੈਣਾ ਆਪਣਾ। ਤੇ ਉਸ ਤੋਂ ਬਾਅਦ ਫੋਰਨ ਸਟੂਡੈਂਟਸ ਦਾ ਵੀ ਇਹ 'ਚ ਦੱਸਿਆ ਕਿ 2% ਸੀਟਸ ਆ ਰਿਜ਼ਰਵ ਫॉर ਫੋਰਨ ਸਟੂਡੈਂਟਸ ਇਨ ਬੀਐਡ ਕੋਰਸ। ਤਾਂ ਫੋਰਨ ਵਾਲੇ ਵੀ ਇਹਦੇ 'ਚ ਐਡਮਿਸ਼ਨ ਵਗੈਰਾ ਲੈ ਸਕਦੇ ਆ ਜੇ ਉਹ ਚਾਹੁੰਦੇ ਆ। ਉਸ ਤੋਂ ਬਾਅਦ EWS ਦਾ ਵੀ ਇਹਦੇ 'ਚ ਕੋਟਾ ਰੱਖਿਆ ਗਿਆ, ਠੀਕ ਹੈ। ਰਿਜ਼ਰਵੇਸ਼ਨ ਫॉर ਇਕਨੋਮਿਕਲੀ ਵੀਕਰ ਸੈਕਸ਼ਨ 10% ਓਵਰ ਐਂਡ ਅਬਵ ਦਾ ਸੈਂਕਸ਼ਨ ਸੀਟਸ, ਠੀਕ ਹੈ। ਤਾਂ 10% ਕੋਟਾ ਜਿਹੜਾ EWS ਦਾ, ਤੇ EWS ਵੀ ਆਪਣਾ ਚੂਜ਼ ਕਰ ਸਕਦੇ, ਬਟ ਉਹਨਾਂ ਦਾ ਸਰਟੀਫਿਕੇਟ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ, ਤੁਸੀਂ ਕਿਹੜਾ ਵੀ ਚੂਜ਼ ਕਰ ਰਹੇ ਹੋ, ਜਿਹੜੀ ਵੀ ਰਿਜ਼ਰਵੇਸ਼ਨ ਪਾਲਿਸੀ ਤੁਸੀਂ ਉਹਦਾ ਫਾਇਦਾ ਲੈਣਾ ਚਾਹੁੰਦੇ ਹੋ। ਤੇ ਫੀਸ ਦਾ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਕਿ ਜਨਰਲ ਕੈਟੇਗਰੀ ਦੇ ਲਈ 2400 ਹੈ, ਤੇ SC ST PWD ਦੇ ਲਈ 1200 ਰੁਪਏ ਫੀਸ ਇਹਨਾਂ ਵੱਲੋਂ ਰੱਖੀ ਗਈ ਆ, ਠੀਕ ਹੈ। ਤੇ ਜਿਹੜੀ ਵੀ ਇਨਫੋਰਮੇਸ਼ਨ ਆਏਗੀ ਇਹਨਾਂ ਦੀ ਵੈਬਸਾਈਟ ਤੇ ਹੀ ਆਏਗੀ, chandigarh.b.ed.puchd.ac.in। ਉਸ ਤੋਂ ਬਾਅਦ ਇੰਪੋਰਟੈਂਟ ਡੇਟਸ ਨੋਟ ਕਰ ਲਓ, ਠੀਕ ਹੈ। ਮੈਂ ਤੁਹਾਨੂੰ 11 ਅਗਸਤ ਤੱਕ ਮੇਰਾ ਖਿਆਲ ਦੱਸਿਆ ਸੀਗਾ। ਤੇ ਉਸ ਤੋਂ ਬਾਅਦ ਐਡਮਿਟ ਕਾਰਡ ਜਿਹੜੇ ਆਨਲਾਈਨ ਆ 18 ਅਗਸਤ 2022 ਤੋਂ ਆਣੇ ਸਟਾਰਟ ਹੋ ਜਾਣਗੇ। ਐਂਟਰੈਂਸ ਜਿਹੜਾ 21 ਅਗਸਤ 2022 ਨੂੰ ਹੋਣਾ, ਤੇ ਐਂਟਰੈਂਸ ਦਾ ਸੈਂਟਰ ਚੰਡੀਗੜ੍ਹ 'ਚ ਹੀ ਹੋਣਾ। ਅਪਲੋਡਿੰਗ ਆਫ ਆਨਸਰ ਕੀਜ਼ ਇਹ 24 ਅਗਸਤ 2022 ਆ। ਲਾਸਟ ਡੇਟ ਫॉर सबमिशन ऑफ ऑब्जेक्शंस रिगार्डिंग आंसर की 26 अगस्त तक। अपलोडिंग ऑफ द रिस्पॉन्स टू द ऑब्जेक्शंस एंड इनवाइटिंग क्रॉस ऑब्जेक्शंस 30 अगस्त तक। दैन थोड़ा लास्ट डे फॉर सबमिशन ऑफ क्रॉस ऑब्जेक्शंस टू द आंसर की 1 सितंबर तक। डिस्प्ले ऑफ सीट्स एंड सब्जेक्ट कॉम्बीनेशंस अवेलेबल इन कॉलेजेस 30 अगस्त 2022 तक। ਟੈਂਟੇਟਿਵ ਡੇਟ ਜਿਹੜੀ ਰਿਜ਼ਲਟ ਦੀ ਰੱਖੀ ਗਈ ਹੈ ਉਹ 6 ਸਤੰਬਰ 2022 ਹੈ। ਤੇ ਇਹਦੀ ਵੈਬਸਾਈਟ ਹੈ results.puchd.ac.in, ਇੱਥੇ ਰਿਜ਼ਲਟ ਆਉਣਾ ਹੈ। ਉਸ ਤੋਂ ਬਾਅਦ ਕੈਂਡੀਡੇਟਸ ਹੂ ਹੈਵ ਨਾਟ ਫਿਲਡ देयर ਮਾਰਕਸ ਅਰਲੀਅਰ ਇਨ ਦਾ ਫਾਰਮ ਕੈਨ ਅਪਡੇਟ देयर ਕੁਆਲੀਫਾਈਂਗ ਡਿਗਰੀ ਮਾਰਕਸ ਯੂਜ਼ਿੰਗ ਲੌਗਇਨ ਆਈਡੀ ਐਂਡ ਪਾਸਵਰਡ। ਤਾਂ ਜਿਹੜੇ ਕੈਂਡੀਡੇਟਸ ਨੇ ਪਹਿਲਾਂ ਮੰਨ ਲਓ ਆਪਣੇ ਮਾਰਕਸ ਭਰਨੇ ਭੁੱਲ ਗਏ ਸੀ ਜਾਂ ਗਲਤ ਭਰ ਦਿੱਤੇ ਸੀ, ਤਾਂ ਉਹ ਅਪਡੇਟ ਕਰ ਸਕਦੇ ਆਪਣੇ ਮਾਰਕਸ 24 ਅਗਸਤ ਤੋਂ ਲੈ ਕੇ 7 ਸਤੰਬਰ ਤੱਕ। ਤੇ ਡਿਸਪਲੇ ਆਫ ਟੈਂਟੇਟਿਵ ਮੈਰਿਟ ਲਿਸਟ ਕਦੋਂ ਆ ਜਾਣੀ ਤੁਹਾਡੀ 9 ਸਤੰਬਰ 2022 ਤੋਂ। ਫਸਟ ਫੇਸ ਟੂ ਫੇਸ ਕਾਉਂਸਲਿੰਗ ਆ ਜਿਹੜੀ ਤੁਹਾਡੀ ਡਿਸਪਲੇ ਆਫ ਕਾਉਂਸਲਿੰਗ ਸ਼ਡਿਊਲ 9 ਸਤੰਬਰ 2022 ਸ਼ਾਮ 5 ਵਜੇ ਤੋਂ ਡਿਸਪਲੇ ਹੋ ਜਾਣਾ। ਫਿਜ਼ੀਕਲ ਕਾਉਂਸਲਿੰਗ ਐਟ ਪੰਜਾਬ ਯੂਨੀਵਰਸਿਟੀ ਸੈਕਟਰ 14 ਚੰਡੀਗੜ੍ਹ ਵਿਖੇ ਹੋਣੀ ਆ 13 ਤੋਂ 14 ਸਤੰਬਰ 2022 ਨੂੰ। ਰਿਪੋਰਟਿੰਗ ਤੁਸੀਂ ਕਰਨੀ ਆ ਐਲੋਕੇਟ ਜਿਹੜਾ ਤੁਹਾਨੂੰ ਕਾਲਜ ਹੋਏਗਾ 13 ਸਤੰਬਰ ਤੋਂ 16 ਸਤੰਬਰ 2022 ਵਰਕਿੰਗ ਡੇਜ਼ ਦੇ ਦੌਰਾਨ। ਦੇ ਰੈਗੂਲਰ ਕਲਾਸਾਂ ਤੁਹਾਡੀਆਂ 15 ਸਤੰਬਰ 2022 ਤੋਂ ਸਟਾਰਟ ਹੋ ਜਾਣੀਆਂ, ਇਸ ਚੀਜ਼ ਦਾ ਧਿਆਨ ਰੱਖਣਾ। ਤੇ ਸੈਕਿੰਡ ਫੇਸ ਟੂ ਫੇਸ ਕਾਉਂਸਲਿੰਗ ਦੀ ਜ਼ਰੂਰਤ ਪੈਂਦੀ ਹੈ ਜੇ ਸੀਟਾਂ ਖਾਲੀ ਰਹਿੰਦੀਆਂ ਤਾਂ ਤੁਹਾਡੀ ਹੋਏਗੀ, ਉਹ ਨੋਟੀਫਾਈ ਤੁਹਾਨੂੰ ਬਾਅਦ ਦੇ ਵਿੱਚ ਕਰ ਦਿੱਤਾ ਜਾਏਗਾ। ਤੇ ਉਸ ਤੋਂ ਬਾਅਦ ਸਕੀਮ ਆਫ ਐਗਜ਼ਾਮੀਨੇਸ਼ਨ ਗੱਲ ਕਰੀਏ ਤਾਂ 21/8/2022 ਨੂੰ ਤੁਹਾਡਾ ਐਗਜ਼ਾਮ ਹੋਣਾ। ਤਾਂ ਇਹਦਾ ਜਿਹੜਾ ਟਾਈਮਿੰਗ ਰੱਖੀ ਗਈ ਹੈ 10:30 AM ਤੋਂ 12:30 PM ਤੱਕ ਰੱਖੀ ਗਈ ਹੈ, 2 ਘੰਟੇ ਦੀ ਟਾਈਮਿੰਗ ਰੱਖੀ ਗਈ ਹੈ ਤੁਹਾਡੀ ਪੇਪਰ ਦੀ। ਤੇ ਸਿੰਗਲ ਤੁਹਾਨੂੰ ਕੁਐਸਚਨ ਪੇਪਰ ਹੋਏਗਾ ਜਿਹਦੇ ਵਿੱਚ ਤੁਹਾਨੂੰ 5 ਪਾਰਟਸ ਹੋਣਗੇ ਉਹਦੇ, ਜਿਹਦੇ ਵਿੱਚ ਪਾਰਟ A ਦੇ ਵਿੱਚ ਜਨਰਲ ਅਵੇਅਰਨੈਸ ਟੈਸਟ ਹੋਏਗਾ ਜਿਹਦੇ ਵਿੱਚ 25 ਕੁਐਸਚਨ ਆਣੇ ਆ। ਟੀਚਿੰਗ ਪੋਟੈਂਸ਼ੀਅਲ ਦੇ 25 ਕੁਐਸਚਨ ਆਣੇ ਆ। ਜਨਰਲ ਮੈਂਟਲ ਐਬਿਲਿਟੀ ਟੈਸਟ ਦੇ 25 ਆਣੇ ਆ। ਇੰਗਲਿਸ਼ ਦੇ 25 ਕੁਐਸਚਨ ਆਣੇ ਆ, ਕੰਪਲਸਰੀ ਆ ਸਾਰਿਆਂ ਦੇ ਲਈ। ਉਸ ਤੋਂ ਬਾਅਦ ਪੰਜਾਬੀ ਤੇ ਹਿੰਦੀ 'ਚੋਂ ਤੁਸੀਂ ਇੱਕ ਚੂਜ਼ ਕਰ ਸਕਦੇ ਹੋ। ਪੰਜਾਬੀ ਦਾ ਉਹਨਾਂ ਸਟੂਡੈਂਟਸ ਲਈ ਹੈ ਜਿਨ੍ਹਾਂ ਨੇ ਪੰਜਾਬੀ ਪੜ੍ਹੀ ਹੈ 10ਵੀਂ 'ਚ, ਤੇ ਉਸ ਤੋਂ ਇਲਾਵਾ ਹਿੰਦੀ ਜਿਹੜੀ ਉਹਨਾਂ ਸਟੂਡੈਂਟਸ ਦੇ ਲਈ ਹੈ ਜਿਨ੍ਹਾਂ ਨੇ ਪੰਜਾਬੀ ਨਹੀਂ ਪੜ੍ਹੀ 10ਵੀਂ 'ਚ, ਠੀਕ ਹੈ। ਤਾਂ ਇਹਨਾਂ ਦੇ ਵਿੱਚੋਂ ਕੋਈ ਇੱਕ ਤੁਸੀਂ ਚੂਜ਼ ਕਰ ਸਕਦੇ ਹੋ। 20 ਕੁਐਸਚਨ ਆਣੇ ਇਹਨਾਂ ਦੇ, ਠੀਕ ਹੈ। ਤਾਂ ਟੋਟਲ ਤੁਹਾਨੂੰ 120 ਕੁਐਸਚਨ ਜਿਹੜੇ ਟੈਸਟ ਦੇ ਵਿੱਚ ਆਣੇ ਆ। ਤਾਂ 120 ਕੁਐਸਚਨ ਆਣੇ, 120 ਮਾਰਕਸ ਦੇ ਹੋਣਗੇ, 1 ਨੰਬਰ ਦਾ ਇੱਕ ਕੁਐਸਚਨ ਹੋਏਗਾ। ਤੇ ਜਿਹੜਾ 1 ਤੋਂ 75 ਤੱਕ ਜਿਹੜੇ ਕੁਐਸਚਨ ਹੋਣਗੇ, 1 ਨੰਬਰ ਤੋਂ ਲੈ ਕੇ 75 ਨੰਬਰ ਤੱਕ, ਭਾਵ ਕਿ ਪਹਿਲੇ 3 ਪਾਰਟ ਦੇ, ਪਾਰਟ A, ਪਾਰਟ B, ਪਾਰਟ C, ਤੇ ਤੁਹਾਡੇ ਇੰਗਲਿਸ਼, ਹਿੰਦੀ, ਪੰਜਾਬੀ ਤਿੰਨੋਂ ਮੀਡੀਅਮ ਦੇ ਵਿੱਚ ਤੁਹਾਡੇ ਕੁਐਸਚਨ ਪੇਪਰ ਆਏਗਾ। ਤੇ ਉਸ ਤੋਂ ਬਾਅਦ ਕੰਟੈਂਟ ਇਹਦੇ ਦਿੱਤੇ ਗਏ ਨੇ ਕਿ ਕਿਹੜੇ ਜਿਹੜੇ ਪਾਰਟ ਦੇ ਵਿੱਚ ਤੁਹਾਨੂੰ ਕਿਹੜੇ ਟੌਪਿਕ ਰਹਿਣ ਵਾਲੇ ਆ, ਠੀਕ ਆ। ਪੂਰਾ ਡਿਟੇਲ ਦੇ ਵਿੱਚ ਇਹ ਤੁਸੀਂ ਦੇਖ ਲੈਣਾ ਕਿਹੜੇ ਟੌਪਿਕ ਤੁਸੀਂ ਪ੍ਰੀਪੇਅਰ ਕਰਨੇ ਆ ਐਂਟਰੈਂਸ ਟੈਸਟ ਦੇ ਲਈ, ਠੀਕ ਹੈ। ਇੱਥੇ ਪੂਰਾ ਡਿਟੇਲ ਸਹਿਤ ਦਿੱਤਾ ਗਿਆ। ਤੇ ਉਸ ਤੋਂ ਬਾਅਦ ਕੁਝ ਹੋਰ ਇੰਸਟਰਕਸ਼ਨਸ ਇਹਦੀਆਂ ਦਿੱਤੀਆਂ ਗਈਆਂ ਕਿ OMR ਬੇਸਡ ਤੁਹਾਡਾ ਇਹ ਐਗਜ਼ਾਮ ਹੋਣਾ ਹੈਗਾ, ਠੀਕ ਹੈ। ਤੇ ਜਿਹੜਾ ਤੁਸੀਂ OMR ਸ਼ੀਟ ਹੁੰਦੀ ਆ ਡਾਰਕ ਕਰਨੇ ਆ, ਉਹਦੇ ਬਬਲਸ ਹੁੰਦੇ ਆ, ਉੱਦਾਂ ਤੁਸੀਂ ਇਹ ਅਟੈਂਪਟ ਕਰਨਾ। ਤੇ ਰਿਪੋਰਟਿੰਗ ਟਾਈਮ ਆ 30 ਮਿੰਟ ਪਹਿਲਾਂ ਤੁਸੀਂ ਸੈਂਟਰ ਤੇ ਪਹੁੰਚ ਜਾਣਾ, ਠੀਕ ਹੈ ਜੀ।
ਤੇ ਪ੍ਰੋਸਪੈਕਟ ਦੇ ਵਿੱਚੋਂ ਮੇਨ ਮੈਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ। ਤੇ ਉਸ ਤੋਂ ਇਲਾਵਾ ਇੱਕ ਇਹਨਾਂ ਦੀ ਜਿਹੜਾ ਪੋਰਟਲ ਬਣਿਆ ਬੀਐਡ ਐਡਮਿਸ਼ਨ ਦੇ ਲਈ, ਉੱਥੇ ਵੀ ਤੁਹਾਨੂੰ ਡੇਟਸ ਵਗੈਰਾ ਦਿੱਤੀਆਂ ਗਈਆਂ ਨੇ, ਇੱਥੇ ਫੀਸ ਵਗੈਰਾ ਦਾ ਵੀ ਦੱਸਿਆ ਗਿਆ। ਠੀਕ ਹੈ, ਡੇਟਸ ਬੜੇ ਧਿਆਨ ਰੱਖਣਾ। ਪਹਿਲਾਂ ਰਜਿਸਟ੍ਰੇਸ਼ਨ ਚਾਹੇ ਤੁਸੀਂ ਅੱਜ ਹੀ ਕਰ ਲਓ, ਜਦੋਂ ਤੁਹਾਡੇ ਤੱਕ ਵੀਡੀਓ ਪਹੁੰਚਦੀ ਹੈ ਉਦੋਂ ਤੱਕ ਲਾਸਟ ਡੇਟ ਦਾ ਵੇਟ ਨਾ ਕਰੋ। ਠੀਕ ਹੈ, ਤੇ ਉਸ ਤੋਂ ਬਾਅਦ ਦੋਸਤੋ ਆਨਲਾਈਨ ਰਜਿਸਟ੍ਰੇਸ਼ਨ ਤੇ ਕਲਿੱਕ ਕਰਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹੋ। ਆਨਲਾਈਨ ਰਜਿਸਟ੍ਰੇਸ਼ਨ ਤੇ ਕਲਿੱਕ ਕਰੋਗੇ ਦੈਨ ਇਹ ਪੇਜ ਓਪਨ ਹੋਣਾ, ਜਿਹਦੇ ਵਿੱਚ ਤੁਸੀਂ ਨੇਮ, ਫਾਦਰ ਨੇਮ, ਮਦਰ ਨੇਮ, ਡੇਟ ਆਫ ਬਰਥ, ਮੋਬਾਈਲ ਨੰਬਰ, SMS ਕੰਸੈਂਟ ਦੇਣਾ, ਈਮੇਲ ਦੇਣੀ ਹੈ ਤੇ ਕੈਟਾਗਰੀ ਦੇਣੀ ਹੈ ਆਪਣੀ, ਕਿਹੜੀ ਕੈਟਾਗਰੀ ਨਾਲ ਤੁਸੀਂ ਸੰਬੰਧਿਤ ਹੋ, ਦੈਨ ਸਬਮਿਟ ਕਰ ਦੇਣਾ। ਠੀਕ ਆ, ਤੇ ਤੁਹਾਡੀ ਰਜਿਸਟ੍ਰੇਸ਼ਨ ਜਿਹੜੀ ਹੋ ਜਾਏਗੀ ਦੇ ਵਿੱਚ, ਤੇ ਲੌਗਇਨ ਪਾਸਵਰਡ, ਲੌਗਇਨ ਆਈਡੀ ਪਾਸਵਰਡ ਤੁਹਾਡਾ ਜਨਰੇਟ ਹੋ ਜਾਏਗਾ। ਤੇ ਉਸ ਤੋਂ ਬਾਅਦ ਫਰਦਰ ਅੱਗੇ ਦਾ ਕੰਮ ਹੈ, ਜਦੋਂ ਲੌਗਇਨ ਪਾਸਵਰਡ ਜਨਰੇਟ ਹੋ ਜਾਂਦਾ ਤਾਂ ਇੱਥੇ ਤੁਸੀਂ ਲੌਗਇਨ ਤੇ ਲਿਖਿਆ, ਇੱਥੇ ਲੌਗਇਨ ਕਰਕੇ ਆਪਣਾ ਅੱਗੇ ਦਾ ਕੰਮ ਨਿਬੇੜ ਸਕਦੇ ਹੋ। ਤੇ ਜਿਹਦੇ ਵਿੱਚ ਤੁਹਾਡੀ ਫੀਸ ਵਗੈਰਾ ਦਾ ਵੀ ਹੋਏਗਾ। ਡੇਟਸ ਮੈਂ ਤੁਹਾਨੂੰ ਦੱਸ ਦਿੱਤੀਆਂ, ਫੀਸ ਕਿਹੜੀ ਡੇਟ ਤੋਂ ਭਰੀ ਜਾਣੀ ਹੈ, ਲੌਗਇਨ ਕਿਹੜੀ ਡੇਟ ਤੋਂ ਹੋਣਾ। ਠੀਕ ਹੈ, ਉਹ ਸਾਰਾ ਆਪਾਂ ਡਿਟੇਲ ਸਹਿਤ ਵਿਸਥਾਰ ਸਹਿਤ ਜਿਹੜਾ ਡਿਸਕਸ ਕਰ ਲਿਆ। ਤੇ ਬਾਕੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜਾਣਗੇ, ਇਸ ਪੋਰਟਲ ਦਾ ਵੀ ਲਿੰਕ ਦੇ ਦਾਂਗੇ। ਠੀਕ ਆ, ਕਲਿੱਕ ਕਰੋਗੇ ਲਿੰਕ ਤੇ ਤਾਂ ਇਸ ਪੋਰਟਲ ਤੇ ਪਹੁੰਚ ਜਾਓਗੇ, ਜਿੱਥੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ, ਲੌਗਇਨ ਵਗੈਰਾ ਕਰ ਸਕਦੇ ਹੋ, ਬਾਕੀ ਚੀਜ਼ਾਂ ਚੈੱਕ ਕਰ ਸਕਦੇ ਹੋ। ਤੇ ਜਿਹੜਾ ਇਹ ਪ੍ਰੋਸਪੈਕਟ ਹੈ ਇਹਦਾ ਵੀ ਲਿੰਕ ਦੇ ਦਾਂਗੇ। ਵੈਸੇ ਇੱਥੇ ਇਨਫੋਰਮੇਸ਼ਨ ਬਰੋਸ਼ਰ ਦਾ ਜਿਹੜਾ ਆਪਸ਼ਨ ਬਣੀ ਹੋਈ ਹੈ, ਇੱਥੇ ਕਲਿੱਕ ਕਰਕੇ ਵੀ ਚੈੱਕ ਕਰ ਸਕਦੇ ਹੋ। ਇੰਪੋਰਟੈਂਟ ਡੇਟਸ ਦਾ ਵੀ ਤੁਹਾਨੂੰ ਲਿੰਕ ਦੇ ਦਾਂਗੇ, ਤੇ ਸਾਰਾ ਤੁਸੀਂ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ। ਤੇ ਆਲ ਦੀ ਬੈਸਟ। ਕੁਝ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰੋ, ਪੂਰੀ ਸਹਾਇਤਾ ਕਰਾਂਗੇ ਦੱਸਣ ਦੀ। ਤੇ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਤੱਕ ਜਿਹੜੇ ਵੀ ਪੰਜਾਬ ਯੂਨੀਵਰਸਿਟੀ ਦੇ ਥਰੂ ਆਪਣੀ ਬੀਐਡ ਕਰਨਾ ਚਾਹੁੰਦੇ ਆ, ਚੰਡੀਗੜ੍ਹ 'ਚ ਰਹਿ ਕੇ ਆਪਣੀ ਬੀਐਡ ਕਰਨਾ ਚਾਹੁੰਦੇ ਆ। ਤੇ ਬਾਕੀ ਅਪਡੇਟਸ ਸੀ ਸਾਡਾ ਜੁੜੇ ਰਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।